ਗੱਲ ਆਪਾਂ ਅੱਜ ਕੈਨੇਡਾ ਔਰ ਯੂਕੇ ਦੀ ਕਰਨ ਜਾ ਰਹੇ ਹਾਂ। ਕੈਨੇਡਾ ਦੇ ਵੀ ਅਪਡੇਟਸ ਨਾਲ ਸਟੂਡੈਂਟਸ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਜਦੋਂ ਤੋਂ ਪੀਟੀ ਅਤੇ ਟੋਫਲ ਨੂੰ ਅਪਰੂਵਲ ਮਿਲ ਗਈ ਹੈ ਐਸਡੀਐਸ ਕੈਟਾਗਰੀ ਦੇ ਵਿੱਚ। ਨਾਲ ਦੀ ਨਾਲ ਯੂਕੇ ਦੀ ਜੇਕਰ ਗੱਲ ਕਰੀਏ ਸਪਾਊਸ ਵੀਜ਼ਾ ਨੂੰ ਲੈ ਕੇ ਜੋ ਅਪਡੇਟ ਹੈ ਉਸ ਦੇ ਨਾਲ ਥੋੜੀ ਨਿਰਾਸ਼ਾ ਜ਼ਰੂਰ ਹੈ। ਸੋ ਪੂਰਾ ਡਿਟੇਲ ਵਿੱਚ ਅੱਜ ਇਹ ਦੋਨੋਂ ਅਪਡੇਟਸ ਵੀ ਸਮਝਾਵਾਂਗੇ ਤੇ ਨਾਲ ਦੀ ਨਾਲ ਕੁਝ ਪ੍ਰੋਫਾਈਲਸ ਵੀ ਤੁਹਾਡੇ ਨਾਲ ਡਿਸਕਸ ਜ਼ਰੂਰ ਕਰਾਂਗੇ ਜਿਨ੍ਹਾਂ ਦੇ ਵੀਜ਼ਾ ਲੱਗ ਚੁੱਕੇ ਨੇ। ਕੁਝ ਚੈਲੰਜਿੰਗ ਪ੍ਰੋਫਾਈਲਸ ਵੀ ਸੀਗੀਆਂ। ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਖਾਸ ਗੱਲਬਾਤ ਲਈ ਔਰ ਸਾਰੀ ਜਾਣਕਾਰੀ ਤੁਹਾਡੇ ਨਾਲ ਪਹੁੰਚਾਉਣ ਲਈ ਸਾਡੇ ਨਾਲ ਸ਼ੋ ਵਿੱਚ ਮੌਜੂਦ ਨੇ ਜੀ ਈਐਸਐਸ ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਈਐਸਐਸ ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਰ ਜੇ ਆਪਾਂ ਹੁਣ ਸਭ ਤੋਂ ਪਹਿਲਾਂ ਕੈਨੇਡਾ ਦੀ ਗੱਲ ਕਰੀਏ, ਜਿੱਥੇ ਬਾਕੀ ਕੰਟਰੀਜ਼ ਥੋੜਾ ਸਟ੍ਰਿਕਟ ਹੁੰਦੀਆਂ ਨਜ਼ਰ ਆ ਰਹੀਆਂ ਨੇ, ਆਸਟ੍ਰੇਲੀਆ ਦੀ ਗੱਲ ਕਰੀਏ, ਯੂਕੇ ਨੇ ਆਪਣਾ ਸਪਾਊਸ ਵੀਜ਼ਾ ਨੂੰ ਲੈ ਕੇ ਰੂਲ ਚੇਂਜ ਕੀਤਾ, ਉੱਥੇ ਹੀ ਇੱਕ ਚੰਗੀ ਖਬਰ ਦੇਤੀ ਕੈਨੇਡਾ ਨੇ ਕਿ ਪੀਟੀ ਨੂੰ ਲੈ ਕੇ ਜੋ ਸਟੂਡੈਂਟਸ ਦਾ ਬਹੁਤ ਚਿਰ ਤੋਂ ਸਵਾਲ ਸੀ ਕਿ ਇਸ ਤੇ ਸਾਡਾ ਵੀਜ਼ਾ ਲੱਗੇਗਾ ਨਹੀਂ ਲੱਗੇਗਾ, ਪੀਟੀ ਨੂੰ ਲੈ ਕੇ ਪੂਰੀ ਕਲੈਰਿਟੀ ਕਰਤੀ ਕੈਨੇਡਾ ਨੇ। ਐਸਡੀਐਸ ਵਿੱਚ ਅਪਰੂਵਲ ਦੇਤੀ, ਟੋਫਲ ਨੂੰ ਅਪਰੂਵਲ ਦੇਤੀ। ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਸ ਚੇਂਜ ਨੂੰ ਤੁਸੀਂ? ਦੇਖੋ ਪਿਛਲੇ 3 ਮਹੀਨੇ ਜਿਵੇਂ ਇੱਕ ਤੋਂ ਬਾਅਦ ਇੱਕ ਨਿਊਜ਼ ਆਉਂਦੀ ਪਈ ਸੀ, ਇਹ ਨਿਊਜ਼ ਜਿਹੜੀ ਹੁਣ ਆਈ ਹੈ ਦੈਟ ਇਜ਼ ਵੈਰੀ ਇਨਕਰੇਜਿੰਗ। ਮੈਂ ਇੱਕ ਛੋਟਾ ਜਿਹਾ 2 ਮਿੰਟ ਲਵਾਂਗਾ ਤੁਹਾਡੇ। ਮੈਂ ਇੱਕ ਟੀਚਰ ਨਾਲ ਬੈਠਿਆ ਹੋਇਆ ਸੀ ਨੋਇਡਾ ਲਾਸਟ ਵੀਕ। ਉਹ ਕਹਿੰਦੇ ਰੋਹਿਤ ਜੀ ਤੁਹਾਡੀ ਇੰਡਸਟਰੀ ਦਾ ਮਾੜਾ ਹਾਲ ਹੋਣਾ ਹੈ। ਮਤਲਬ ਇਹਨੂੰ ਬੜਾ ਸਪਸ਼ਟ ਉਹਨਾਂ ਨੇ ਸਟ੍ਰੇਟ ਫਾਰਵਰਡ ਆਨਸਰ। ਮੈਂ ਕਿਹਾ ਉਹ ਕਿਸ ਤਰ੍ਹਾਂ ਸਰ? कनाडा 700 बच्चे वापस भेज दिए, यूके ने स्पाउस ने बंद कर दिए, एंड ऑस्ट्रेलिया का भी आर्टिकल पढ़ा हमने दैट इंडिया से बच्चे नहीं ले रहे। तो मनु उस कॉन्वरसेशन तो ये प्रेजेंट होया दैट ये आम जनता ये सोचती पई है 700 बच्चे वापस आ गए, ऑस्ट्रेलिया का एक आर्टिकल आ गया, बैन हो गया, यूके बंद हो गया, बला बला बला। ये आम जनता क्यों सोचती है? क्योंकि अद्धी नॉलेज नूं ही एक सच मान लिता जाता है। ਇਹ ਹਮੇਸ਼ਾ ਤੋਂ ਹੀ ਪ੍ਰੋਬਲਮ ਰਹੀ ਹੈ, ਫਿਰ ਉਹ ਚਾਹੇ ਚੰਗੀ ਨਿਊਜ਼ ਹੋਵੇ ਚਾਹੇ ਬੁਰੀ ਨਿਊਜ਼ ਹੋਵੇ। ਤਾਂ ਇਹ ਇੱਕ ਆਮ ਪਰਸੈਪਸ਼ਨ ਹੈ ਜਿੱਥੇ ਕਿ ਅੱਜ ਦੀ ਮਾਰਕੀਟ ਦਾ ਜਿਹੜਾ ਹਿੱਸਾ ਹੈ, ਬੱਚਾ ਕਹਿੰਦਾ ਡਰਿਆ ਹੋਇਆ ਆਸਟ੍ਰੇਲੀਆ ਜਾਣ ਲਈ, ਪੰਜਾਬ ਬੰਦ ਹੈ ਜੀ ਕੁਛ ਨਹੀਂ ਹੋਣਾ, ਜਾਂ ਹਰਿਆਣਾ ਬੰਦ ਹੈ, यूके अब क्या करेंगे जाके, वहाँ तो ये हो गया। ਤਾਂ ਉਹ ਅਗੇਨ ਹਰੇਕ ਚੀਜ਼ ਦੀ 2 ਸਾਈਡਾਂ ਹੁੰਦੀਆਂ ਨੇ। ਹੁਣ ਕੈਨੇਡਾ ਦੇ ਪਿੱਛੇ ਖਬਰ ਆਈ ਸੀ ਜੀ ਉੱਥੇ ਤਾਂ ਕੰਮ ਨਹੀਂ ਮਿਲਦਾ ਪਿਆ, ਇਹ ਵੀ ਸੁਣਨ ਨੂੰ ਆਇਆ ਸੀਗਾ ਦੈਟ ਦੇਰ ਇਜ਼ ਨੋ ਵਰਕ ਦੇਰ। ਤਾਂ ਬਿਲਕੁਲ ਨਹੀਂ ਮਿਲਦਾ ਪਿਆ। ਜੇ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਹੀ ਜਾ ਕੇ ਬੱਸ ਜਾਓਗੇ, 1000 ਦਾ 1000 ਸਟੂਡੈਂਟ ਹੈ ਜਿੱਥੇ ਕਿ ਕਾਰੋਬਾਰ ਹੀ 100 ਜਾਂ 200 ਹੈ, ਕਿੱਥੇ ਕੰਮ ਮਿਲੇਗਾ? ਤਾਂ ਉਹ ਲੁੱਕ ਐਟ ਦ ਸਾਈਜ਼ ਆਫ ਦ ਕੰਟਰੀ, ਉਹਨਾਂ ਦੀ ਕੰਟਰੀਆਂ ਦੀ ਪਾਲਿਸੀਆਂ ਦੇਖੋ ਕਿਵੇਂ ਇਨਕਰੇਜਮੈਂਟ ਦਿੰਦੀਆਂ ਪਈਆਂ ਨੇ। ਉਹ ਕੋਈ ਬੰਦੇ ਵਾੜਨ ਵਾਲਾ ਕੰਮ ਥੋੜ੍ਹਾ ਨਾ ਕਰਦੇ ਪਏ ਆ। ਉਹਨਾਂ ਨੇ ਬੰਦਿਆਂ ਨੂੰ ਬੁਲਾ ਕੇ ਉੱਥੇ ਇੰਪਲੋਇਮੈਂਟ ਵੀ ਦੇਣੀ ਹੈ, ਤਾਂ ਹੀ ਟੈਕਸ ਭਰਾਣੇ ਆ, ਨਹੀਂ ਤਾਂ ਉਹ ਬੋਝ ਬੰਨੇ ਉਸ ਸਰਕਾਰ ਦੇ ਉੱਤੇ। ਹਾਂ, ਉਹ ਉਸ ਚੀਜ਼ ਨੂੰ ਪਹੁੰਚਣਾ ਕਿਵੇਂ ਉਸ ਮੁਕਾਮ ਦੇ ਉੱਤੇ, ਉਹ ਬੰਦੇ ਦੀ ਆਪਣੀ ਕਾਬਲੀਅਤ ਹੈ। ਉਹਨਾਂ ਇੱਥੇ ਛੋਟਾ ਜਿਹਾ ਐਗਜ਼ਾਮਪਲ ਦਿੱਤਾ ਮੈਨੂੰ ਬੈਂਕ ਵਾਲੇ ਨੇ, ਕਹਿੰਦਾ ਭਾਜੀ ਤੁਸੀਂ 100 ਰੁਪਇਆ ਕਮਾਉਂਦੇ ਹੋ, 100 ਰੁਪਇਆ ਮੈਂ ਕਮਾਉਣਾ ਹੈ, ਤੁਸੀਂ 100 ਚੋਂ 90 ਖਰਚ ਦੋਗੇ, ਮੈਂ 100 ਚੋਂ ਸ਼ਾਇਦ 50 ਇਨਵੈਸਟ ਕਰਾਂਗਾ, ਤਾਂ ਹੀ ਮੇਰੀ ਵੈਲਥ ਬਣੇਗੀ, ਤੁਹਾਡੀ ਲਾਇਬਿਲਿਟੀ ਬਣੇਗੀ, ਮੇਰੀ ਵੈਲਥ ਬਣੇਗੀ। ਮੈਂ ਕਿਹਾ ਵਧੀਆ। ਹੁਣ ਇਹੀ ਚੀਜ਼ ਹਰੇਕ ਸਟੂਡੈਂਟ ਨੂੰ ਉੱਥੇ ਜਾ ਕੇ ਮੌਕਾ ਮਿਲਦਾ। ਹੁਣ ਕੋਈ ਉਹ ਮੌਕੇ ਨੂੰ ਲਾਇਬਿਲਿਟੀ ਬਣਾ ਕੇ ਬਹਿ ਜਾਂਦਾ, ਕੋਈ ਉਹ ਮੌਕੇ ਨੂੰ ਇਨਕੈਸ਼ ਕਰਕੇ ਆਪਣੀ ਜ਼ਿੰਦਗੀ ਨੂੰ ਮਲਟੀਪਲਾਇਰ ਬਣਾ ਲੈਂਦਾ, ਅਗਲੇ 5 ਸਾਲਾਂ ਦੇ ਵਿੱਚ ਕਿਤੇ ਨਾ ਕਿਤੇ ਹੁੰਦਾ। ਅਤੇ ਉਹ ਸ਼ਾਇਦ ਐਗਜ਼ਾਮਪਲ ਬਣਦਾ ਵਧੀਆ। ਜਿਹੜਾ ਦੂਜਾ ਨਾਕਾਮਯਾਬ ਸਟੂਡੈਂਟ ਹੈ, ਨਾਕਾਮਯਾਬ ਬੱਚਾ ਹੈ, ਉਹ ਲਾਇਬਿਲਿਟੀ ਬਣਦਾ ਅਤੇ ਉਹ ਘਰਦਿਆਂ ਨੂੰ ਇਹ ਕਹਿੰਦਾ ਇੱਥੇ ਤਾਂ ਕੁਛ ਨਹੀਂ ਪਿਆ, ਪੱਕੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਬਲਾ ਉਹ ਕਹਾਣੀਆਂ ਸੁਣਾਉਂਦਾ। ਉਹ ਕਹਾਣੀਆਂ ਤੋਂ ਪਤਾ ਲੱਗ ਜਾਂਦਾ ਕਿੱਡੇ ਕਾਮਯਾਬ ਤੁਸੀਂ ਹੋਏ ਉੱਥੇ ਜਾ ਕੇ, ਜਿਹੜਾ ਓਪਰਚੁਨਿਟੀ ਇੱਕੋ ਵਰਗੀ ਮਿਲੀ ਸੀ ਹਰੇਕ ਇਨਸਾਨ ਨੂੰ। ਹੁਣ ਇਹ ਰੂਲ ਕੀ ਹੈ? ਜਿਹੜਾ ਰੂਲ ਆਇਆ 27 ਤਰੀਕ ਨੂੰ ਜੀ, ਸਭ ਤੋਂ ਪਹਿਲਾਂ ਪੀਟੀ ਦੀ ਵੈਬਸਾਈਟ 'ਤੇ ਆਇਆ ਦੈਟ ਗੁੱਡ ਨਿਊਜ਼, ਸਾਨੂੰ IRCC ਵੱਲੋਂ ਗੋ ਅਹੈਡ ਮਿਲ ਗਿਆ ਹੈਗਾ ਆਪਣੇ ਪੀਟੀ ਨੂੰ SGS ਦੇ ਵਿੱਚ ਲਿਆਉਣ ਦਾ। ਹੁਣ ਥੋੜ੍ਹਾ ਜਿਹਾ ਬੈਕਗਰਾਊਂਡ ਤੁਹਾਨੂੰ ਦਊਂਗਾ। ਪੀਟੀ ਨੇ ਇੱਕ ਸਪੈਸ਼ਲ ਟੈਸਟ ਸ਼ੁਰੂ ਕੀਤਾ ਸੀ, PT ਕੋਰ, ਜੋ ਕਿ ਮਾਨਤਾ ਪ੍ਰਾਪਤ ਹੋ ਗਿਆ ਸੀਗਾ ਇਮੀਗ੍ਰੇਸ਼ਨ ਵਾਸਤੇ ਫਰੋਮ ਕੈਨੇਡੀਅਨ ਗਵਰਨਮੈਂਟ। ਜਿੱਥੇ ਅੱਜ ਤੁਹਾਡਾ ਸੈਲਪਿਪ ਹੋ ਗਿਆ, ਤੁਹਾਡਾ ਆਲਸ ਹੋ ਗਿਆ, 8777 ਲੈਣਾ ਪੈਂਦਾ ਸੀ, ਅਤੇ PT ਕੋਰ ਕਰਕੇ ਇੱਕ ਟੈਸਟ ਵੀ ਇਹਨਾਂ ਨੇ ਅਪਰੂਵ ਕਰਾ ਲਿਆ ਸੀਗਾ ਫਰੋਮ ਹਾਈ ਕਮਿਸ਼ਨ ਵੀ ਸਾਡਾ PT ਕੋਰ ਨੂੰ ਵੀ ਮਾਨਤਾ ਦਿਓ PR ਵਾਸਤੇ। ਇੱਥੇ ਗੱਲ ਇਹ ਸੋਚਣ ਵਾਲੀ ਹੈ, ਕੈਨੇਡਾ ਨੇ ਹਜੇ ਤੱਕ PT ਨੂੰ ਮਾਨਤਾ ਨਹੀਂ ਦਿੱਤੀ ਸੀ। UK 'ਚ ਪੂਰਾ ਚੱਲਦਾ ਹੈ, ਆਸਟ੍ਰੇਲੀਆ ਪੂਰਾ ਚੱਲਦਾ ਹੈ, ਨਿਊਜ਼ੀਲੈਂਡ ਪੂਰਾ ਚੱਲਦਾ ਹੈ, ਹਰ ਦੇਸ਼ ਪੜ੍ਹਾਈ ਵਾਸਤੇ PT ਨੂੰ ਐਕਸੈਪਟ ਕਰਦਾ। ਕੈਨੇਡਾ ਨੇ ਨਹੀਂ ਕਦੇ ਕੀਤਾ ਜੀ। ਕਿਉਂ ਨਹੀਂ ਕੀਤਾ? ਦੇਰ ਹੈਜ਼ ਟੂ ਬੀ ਸਮ ਰੀਜ਼ਨ। ਖੈਰ ਪੀਅਰਸਨ ਨੇ ਸਭ ਤੋਂ ਪਹਿਲਾਂ PT ਕੋਰ ਕਰਾਇਆ। 27 ਤਰੀਕ ਨੂੰ ਆਪਣੀ ਵੈਬਸਾਈਟ ਦੇ ਉੱਤੇ ਅਪਡੇਟ ਦੇ ਦਿੱਤਾ 27 ਮਈ ਨੂੰ, ਵੀ ਵੈਲਕਮ ਦ ਨਿਊਜ਼ ਆਫ IRCC accepting PT for SGS qualification or streamlined visa process also। ਹੁਣ SGS ਦਾ ਅਪਡੇਟ ਜਿਹੜਾ ਹਾਈ ਕਮਿਸ਼ਨ ਦੀ ਵੈਬਸਾਈਟ 'ਤੇ ਹੈ, SGS ਦਾ ਜਨਮ ਹੁੰਦਾ ਹੈ ਇੱਕ ਐਪਲੀਕੇਸ਼ਨ ਨੂੰ 20 ਦਿਨਾਂ ਦੇ ਵਿੱਚ ਪ੍ਰੋਸੈਸ ਕਰਨ ਵਾਸਤੇ। ਇਹ ਉਹਨਾਂ ਦੀ ਵੈਬਸਾਈਟ 'ਤੇ ਲਿਖਿਆ ਹੋਇਆ ਹੈ।
ਬਟ ਜਿਹੜਾ ਆ SGS ਦਾ ਨਵਾਂ ਗਜ਼ਟ ਆਇਆ, ਜੇ ਤੁਸੀਂ ਉਸ ਕੈਨੇਡੀਅਨ ਵੈਬਸਾਈਟ 'ਤੇ ਜਾ ਕੇ ਦੇਖੋਗੇ, ਉਹਦੇ ਵਿੱਚ 2-4 ਚੀਜ਼ਾਂ ਐਡ ਹੋਈਆਂ ਤੇ ਕਨਫਿਊਜ਼ਨ ਨਾਲ ਭਰੀਆਂ ਹੋਈਆਂ ਨੇ। ਪਹਿਲੀ ਚੀਜ਼, PCC ਉੱਥੇ ਲਿਖੀ ਆ ਰਹੀ ਹੈ, ਜਿਹੜੀ ਕਿ ਆਪਣੇ SGS ਚੈੱਕਲਿਸਟ ਦੇ ਵਿੱਚ ਅੱਜ ਨਹੀਂ ਹੈਗੀ। ਕੀ SGS ਦੇ ਵਿੱਚ PCC ਮੈਂਡੇਟ ਹੋ ਜਾਏਗੀ? ਆਈ ਡੋਂਟ ਨੋ, ਇਹ ਜਦ ਚੈੱਕਲਿਸਟ ਆਏਗੀ ਉਦੋਂ ਪਤਾ ਲੱਗੇਗਾ। ਫਿਰ ਆਂਦਾ ਇੱਕ ਆਲਸ ਜਰਨਲ ਨੂੰ ਐਕਸੈਪਟ ਕਰਨ ਦਾ ਕਲੌਜ਼, ਵੀ ਜੇ ਤੁਸੀਂ ਆਲਸ ਜਰਨਲ ਮੋਡਿਊਲਸ ਕੀਤੀ ਹੈ, ਜੋ ਨਾਰਮਲੀ ਇਮੀਗ੍ਰੇਸ਼ਨ ਵਾਲਾ ਕਲਾਇੰਟ ਕਰਦਾ, ਜਿਹੜਾ ਜਰਨਲ ਆਲਸ ਦਿੰਦਾ ਕੈਨੇਡਾ ਵਾਸਤੇ, ਤੇ ਤੁਹਾਡੇ ਕੋਲ 7 ਈਚ ਨੇ, ਤੁਸੀਂ ਕੈਨੇਡਾ ਦੇ ਵਿੱਚ SGS ਹੇਠਾਂ ਅਪਲਾਈ ਕਰ ਸਕਦੇ ਹੋ। ਕੀ ਉਦੋਂ ਕੈਨੇਡੀਅਨ ਗਵਰਨਮੈਂਟ ਦਾ ਇੱਕ ਪਾਲਿਸੀ ਡਿਊਅਲ ਇੰਟੈਂਸ਼ਨ ਵਾਲਾ ਉਹ ਹਿੱਟ ਨਹੀਂ ਹੋਏਗਾ? ਜਿੱਥੇ ਮੇਰੀ ਐਜ਼ ਐਨ ਇਮੀਗ੍ਰੈਂਟ ਮੇਰੀ ਕੈਨੇਡਾ ਦੀ ਪ੍ਰੋਫਾਈਲ ਬਣੀ ਹੋਈ ਹੈ ਐਕਸਪ੍ਰੈਸ ਐਂਟਰੀ ਦੀ, ਆਲਰੇਡੀ ਮੈਂ ਕੈਨੇਡੀਅਨ ਸਰਕਾਰ ਨੂੰ ਕਿਹਾ ਹੋਇਆ ਜੀ ਆਹ ਫੜੋ ਮੇਰੀ ਇਸ ਨੌਕ ਦੇ ਹੇਠਾਂ ਜਾਂ ਇਸ ਟੀਅਰ ਦੇ ਹੇਠਾਂ ਅੱਜ ਕੱਲ੍ਹ ਮੇਰੀ ਕੁਆਲੀਫਾਈ ਹੁੰਦੀ ਹੈ PR ਵਾਸਤੇ ਐਪਲੀਕੇਸ਼ਨ, ਤੇ ਆ ਮੇਰਾ 7.5 ਸਕੋਰ ਆਇਆ ਹੈ, ਉੱਥੇ ਪਤਾ 8777 ਤੋਂ ਬਗੈਰ ਮੇਰਾ ਕੱਟ ਆਫ ਨਹੀਂ ਆ ਰਿਹਾ, ਮੈਂ ਉਹ ਪ੍ਰੋਫਾਈਲ ਚੱਕ ਕੇ ਸਟੂਡੈਂਟ ਵੀਜ਼ਾ 'ਚ ਲੈ ਕੇ ਜਾਣਾ ਹੈ ਕਿਉਂਕਿ ਮੇਰੀ ਮਾਨਤਾ ਪ੍ਰਾਪਤ ਹੋ ਰਹੀ ਹੈ ਜਨਰਲ ਆਲਸ ਨੂੰ। ਕੀ ਉਦੋਂ ਡਿਊਅਲ ਇੰਟੈਂਟ ਮੇਰੀ ਫਾਈਲ ਦੇ ਵਿੱਚ ਆ ਕੇ ਰਿਜੈਕਸ਼ਨ ਨਹੀਂ ਕਰਾਏਗਾ? ਸਭ ਤੋਂ ਵੱਡਾ ਕੁਐਸਚਨ। ਥਰਡ, ਜਿੱਥੇ ਕਨਫਿਊਜ਼ਨ ਸਟਾਰਟ ਹੁੰਦਾ ਹੈ, ਉਹ ਕਹਿੰਦੇ ਆਲਸ ਮਿਨੀਮਮ 6.0 ਬੈਂਡ, PT ਮਿਨੀਮਮ 60 ਸਕੋਰ, ਟੋਫਲ ਐਕਿਊਮੂਲੇਸ਼ਨ ਆਫ 4 ਮੋਡਿਊਲ ਦੇ ਵਿੱਚ 83 ਮਿਨੀਮਮ। ਹੁਣ ਆ ਮਿਨੀਮਮ ਵਰਡ ਜਿਹੜਾ ਹੈ ਨਾ, ਅੱਜ ਆਪਾਂ SGS ਦੇਖੀਏ ਉਹਦੇ ਵਿੱਚ 4 ਮੋਡਿਊਲ ਦਾ ਜ਼ਿਕਰ ਹੈ, ਮਿਨੀਮਮ 6.0 ਇਨ ਆਲ 4 ਮੋਡਿਊਲਸ। ਜਿਹੜਾ ਨਵਾਂ ਗਜ਼ਟ ਹੈ ਉਹ 'ਚ ਮਿਨੀਮਮ ਵਰਡ ਲਿਖਿਆ, 4 ਮੋਡਿਊਲ ਦੇ ਵਿੱਚ ਨਹੀਂ ਲਿਖਿਆ। ਇਸੇ ਕਰਕੇ ਵਟ ਵੀ ਹੈਵ ਸੀਨ IDP ਦੇ ਵੀਡੀਓ ਸਰਕੂਲੇਟ ਹੁੰਦੇ ਹੋਏ, ਜਿਹਦੇ ਵਿੱਚ ਉਹਨੇ ਇੱਕ PT ਦਾ ਬਾਰ ਦਿੱਤਾ ਪਿਆ, ਜੇ PT 60 ਦਾ ਮਾਨਤਾ ਪ੍ਰਾਪਤ ਹੈ ਤਾਂ ਆਲਸ ਦਾ ਉਹ 6.5 ਦਾ ਬਰਾਬਰ ਹੈ। ਉਹਨਾਂ ਨੇ ਆਪਣੀ ਮਾਰਕੀਟਿੰਗ ਵਾਸਤੇ ਬਹੁਤ ਕੁਝ ਕੀਤਾ, ਤੇ ਉਹਨਾਂ ਨਾਲ ਆ ਵੀ ਵੀਡੀਓ ਸਰਕੂਲੇਟ ਹੋ ਰਹੇ ਨੇ ਵੀ ਕੀ ਕੈਨੇਡੀਅਨ ਗਵਰਨਮੈਂਟ 6 ਓਵਰਆਲ ਦੇ ਪਿੱਛੇ ਹੀ ਪੈ ਗਈ ਹੈ, 5.5 ਇੱਕ ਹੋਵੇ ਕਿ ਉਹ SGS ਦੇ ਵਿੱਚ ਆ ਜਾਏਗਾ, ਕਿਉਂਕਿ ਉੱਥੇ ਬਹੁਤ ਵੱਡਾ ਕਨਫਿਊਜ਼ਨ ਛੱਡਿਆ ਹੈਗਾ CIC ਨੇ ਆਪਣੇ ਰਿਟਨ ਲਾਅ ਦੇ ਵਿੱਚ। ਖੈਰ, ਇਹ ਜਿਹੜਾ ਰੈਗੂਲੇਸ਼ਨ ਹੈ ਇਹ 10 ਅਗਸਤ ਤੋਂ ਲਾਗੂ ਹੋਣਾ ਜੀ। ਵੇਟ ਕਰਦੇ ਪਏ ਹਾਂ ਉਦੋਂ ਨਵੀਂ SGS ਦੀ ਚੈੱਕਲਿਸਟ ਕੀ ਆਏਗੀ, ਤੇ ਉਹ ਚੈੱਕਲਿਸਟ ਦੇ ਵਿੱਚ ਕੀ ਇੱਕ ਕਲੈਰਿਟੀ ਦਿੱਤੀ ਜਾਏਗੀ ਵੀ ਸਾਨੂੰ 4 ਮੋਡਿਊਲ ਦੇ ਵਿੱਚ ਹੀ 60 ਨੰਬਰ ਚਾਹੀਦੇ PT ਜਾਂ ਓਵਰਆਲ 60 ਨੰਬਰ ਚਾਹੀਦਾ। ਕੀ ਆਲਸ ਦੇ ਵਿੱਚ ਓਵਰਆਲ 6 ਇੰਡੀਵਿਜੂਅਲ 6 ਚਾਹੀਦਾ ਜਾਂ ਓਵਰਆਲ 6 ਹੀ ਚਾਹੀਦਾ, ਵਿੱਚ ਅੰਦਰ ਖਾਤੇ ਕੁਝ ਵੀ ਹੋਵੇ ਤਾਂ ਤੁਸੀਂ SGS ਦੇ ਅੰਡਰ ਕੁਆਲੀਫਾਈ ਕਰੋਗੇ। ਵੈਲ, ਜੇ ਆ ਹੁੰਦਾ ਫਿਰ ਤਾਂ ਬਹੁਤ ਵੱਡੀ ਲੋਟਰੀ ਹੈ, ਕਿਉਂਕਿ 1.5 2 5.5 ਵਾਲਾ ਬੱਚਾ ਭਰਿਆ ਪਿਆ ਜਿਹਦੇ ਓਵਰਆਲ 6 ਤੇ ਇੱਕ ਅੱਧੇ 5.5 ਰਹਿ ਜਾਂਦਾ। ਜੇ ਇਹ ਹੁੰਦਾ ਤੇ ਬਹੁਤ ਵੱਡੀ ਲੋਟਰੀ ਹੈ। ਜੇ ਨਹੀਂ ਹੁੰਦਾ ਤਾਂ ਆਈ ਬਿਲੀਵ ਕੈਨੇਡਾ ਦੇ ਵਿੱਚ ਤੁਸੀਂ 6 ਈਚ ਦਾ ਬੱਚਾ ਫੋਕਸ ਕਰਦਾ ਹੀ ਪਿਆ, PT 60 ਐਂਡ ਹਰੇਕ ਮੋਡਿਊਲ 60 ਲੈਣਾ ਕਿਤੇ ਨਾ ਕਿਤੇ ਚੈਲੰਜ ਬਣੇਗਾ, ਕਿਉਂਕਿ ਉਹ ਓਵਰਆਲ 62 ਬਹੁਤ ਦੇਖੇ ਹੈ, ਪਰ ਕਿਸੇ 'ਚ 58 ਰਹਿ ਜਾਂਦੇ ਨੇ, ਕਿਸੇ 'ਚ 59 ਰਹਿ ਜਾਂਦੇ ਨੇ, ਕਿਸੇ 'ਚ 56, ਤਾਂ ਉਹ ਚੈਲੰਜ ਫਿਰ ਉਹ ਐਵੇਂ ਚੱਲਦਾ ਰਹੇਗਾ। ਬਟ ਯੈਸ, ਜਿੱਥੇ PT ਦਾ ਸਕਸੈਸ ਰੇਟ ਅੱਜ 10% ਹੈ ਕਿਉਂਕਿ ਤੁਸੀਂ ਨੌਨ SGS ਹੋ, ਉਹ ਸਕਸੈਸ ਜ਼ਰੂਰ ਵਧੇਗਾ SGS ਦੇ ਵਿੱਚ ਆ ਕੇ, ਵਿਚ ਇਜ਼ ਆਲਮੋਸਟ 85 to 90% ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀਜ਼ਾ ਗ੍ਰਾਂਟ ਆਉਂਦਾ ਪਿਆ ਫॉर SGS ਪ੍ਰੋਫਾਈਲ। ਐਜ਼ ਅ ਕੰਸਲਟੈਂਟ ਅਸੀਂ ਨਿਊਜ਼ ਨੂੰ ਵੈਲਕਮ ਕਰਦੇ ਹਾਂ ਕਿਉਂਕਿ ਦਾਇਰਾ ਖੋਲ੍ਹ ਦਿੱਤਾ ਸਟੂਡੈਂਟਸ ਦਾ, ਹਾਈ ਕਮਿਸ਼ਨ ਐਕਸੈਪਟੈਂਸ ਲੈ ਲਈ ਹੈ ਬਹੁਤ ਜ਼ਿਆਦਾ, ਬਟ ਆ ਜਿਹੜਾ ਕਨਫਿਊਜ਼ਨ ਹੈ ਇਹ ਜਿੰਨੀ ਜਲਦੀ ਦੂਰ ਹੋਏਗਾ ਉਨੇ ਜ਼ਿਆਦਾ ਕਲੈਰਿਟੀ ਸਟੂਡੈਂਟ ਨੂੰ ਵੀ ਮਿਲੇਗੀ ਐਂਡ ਐਜ਼ ਅ ਕੰਸਲਟੈਂਟ ਸਾਨੂੰ ਵੀ ਮਿਲੇਗੀ। ਵੇਅਰਐਜ਼ ਅਸੀਂ ਇਹੀ ਸਵਾਲ ਜਾ ਕੇ ਯੂਨੀਵਰਸਿਟੀਜ਼ ਕੋਲ ਜਾਂਦੇ ਹਾਂ, ਉਹ ਬੜਾ ਸਪਸ਼ਟ ਕਹਿੰਦੇ ਨੇ ਜਦ ਤੱਕ ਸਾਡੇ ਕੋਲ ਰਾਈਟਿੰਗ ਦੇ ਵਿੱਚ ਇੰਸਟਰਕਸ਼ਨ ਨਹੀਂ ਆ ਜਾਂਦੇ ਫਰਮ ਦਾ ਗਵਰਨਮੈਂਟ, ਸਾਡਾ ਐਂਟਰੀ ਕ੍ਰਾਈਟੇਰੀਆ ਐਂ ਰਹੇਗਾ ਤੇ ਐਂ ਚੱਲੇਗਾ। ਜੀ ਯਾਨੀ ਸੁਣਨ ਨੂੰ ਇਹ ਨਿਊਜ਼ ਹਲੇ ਅੱਛੀ ਲੱਗ ਰਹੀ ਹੈ, ਪਰ ਹਲੇ ਹੋਰ ਵੇਟ ਕਰਨੀ ਪਏਗੀ ਤਾਂ ਕਿ ਪ੍ਰੋਪਰਲੀ ਪੂਰਾ ਅਪਡੇਟ ਆਵੇ, ਫੁੱਲ ਕਲੈਰਿਟੀ ਹੋਵੇ ਤੇ ਸਟੂਡੈਂਟਸ ਨੂੰ ਐਕਚੁਅਲ ਪਿਕਚਰ ਜੋ ਹੈ ਸਮਝ ਆਵੇ। ਸੋ ਇਸੇ ਲਈ ਜ਼ਰੂਰੀ ਇੱਕ ਚੰਗੇ ਕੰਸਲਟੈਂਟ ਦੇ ਨਾਲ ਜੋ ਹੈ ਗੱਲਬਾਤ ਕਰਕੇ ਜਾਂ ਪੂਰੀ ਇਨਫੋਰਮੇਸ਼ਨ ਹਾਸਲ ਕਰਦੇ ਰਹਿਣਾ, ਕਿਉਂਕਿ ਅੱਧ ਅਧੂਰੀ ਜਾਣਕਾਰੀ ਹਮੇਸ਼ਾ ਜੋ ਹੈ ਵੱਡਾ ਖਾਮਿਆਜ਼ਾ ਉਹਦੇ ਨਾਲ ਭੁਗਤਣਾ ਪੈਂਦਾ। ਸੋ ਪੂਰੀ ਜਾਣਕਾਰੀ ਦੇ ਨਾਲ ਹੀ ਅੱਗੇ ਜ਼ਰੂਰ ਵਧੋ। ਸੋ ਅੱਧ ਅਧੂਰੀ ਜਾਣਕਾਰੀ ਕੁਝ ਫੀਸ ਆਫਟਰ ਵੀਜ਼ਾ ਨੂੰ ਲੈ ਕੇ ਵੀ ਸਟੂਡੈਂਟਸ ਦੇ ਮਨ ਵਿੱਚ ਰਹਿੰਦੀ ਹੈ, ਕਿਉਂਕਿ ਬਹੁਤ ਸਾਰੀ ਕੰਪਨੀਜ਼ ਬਹੁਤ ਕੁਝ ਕਹਿੰਦੀਆਂ ਨੇ ਪਰ ਹੁੰਦਾ ਬਾਅਦ ਵਿੱਚ ਕਈ ਵਾਰ ਕੁਝ ਹੋਰ ਹੈ। ਕਈ ਵਾਰ ਰਿਫਿਊਜ਼ਲ ਦਾ ਰੀਜ਼ਨ ਹੀ ਇਹ ਕਿਹਾ ਜਾਂਦਾ ਸਟੂਡੈਂਟ ਨੂੰ ਕਿ ਤੁਸੀਂ ਫੀਸ ਆਫਟਰ ਵੀਜ਼ਾ ਕੀਤਾ ਸੀ, ਤੁਹਾਡੀ ਰਿਫਿਊਜ਼ਲ ਆ ਗਈ ਹੈ। ਇਸ ਚੀਜ਼ ਨੂੰ ਵੀ ਪੂਰੀ ਤਰ੍ਹਾਂ ਨਾਲ ਜ਼ਰੂਰ ਸਮਝਣਾ ਚਾਹਾਂਗੇ। ਦੇਖੋ, ਫੀਸ ਆਫਟਰ ਵੀਜ਼ਾ ਬੜਾ ਪਪੂਲਰ ਟ੍ਰੈਂਡ ਹੈ ਜੀ ਪੰਜਾਬ ਦੇ ਵਿੱਚ, ਅੱਜ ਦਾ ਨਹੀਂ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ। ਅਸੀਂ ਵੀ ਕਿਤੇ ਨਾ ਕਿਤੇ ਆਪਣੀ ਪ੍ਰਮੋਸ਼ਨ ਕਰਦੇ ਹਾਂ ਫੀਸ ਆਫਟਰ ਵੀਜ਼ਾ, ਬਟ ਇਹ ਹੈ ਕੀ, ਦੈਟ ਯੂ ਨੀਡ ਟੂ ਅੰਡਰਸਟੈਂਡ।
ਹੁਣ ਇੱਕ ਫੀਸ ਆਫਟਰ ਵੀਜ਼ਾ ਚੱਲਦੀ ਹੈ ਵੀ ਬੱਚੇ ਦੇ ਸਿਰਫ ਪ੍ਰੋਫਾਈਲ ਕਲਿੱਤੀ ਤੇ ਕਿਤੇ ਵੀ ਲਾਤੀ, ਜਿੱਥੇ ਕੋਰਸ ਵੀ ਨਹੀਂ ਹੈਗਾ, ਕਿਸਮਤ ਤੇ ਖੇਲਿਆ। ਜਿਵੇਂ ਆਪਾਂ ਲੂਡੋ ਖੇਲਦੇ ਨਾ ਵੀ ਡਾਈਸਿਸ ਰੋਲ ਆਊਟ ਕਰਦੇ ਆ, 6 ਜਦ ਆਏਗਾ ਤਾਂ ਲੋਟਰੀ ਹੈ, ਨਹੀਂ ਤਾਂ ਮੇਰੀ ਡਾਈਸ ਅੱਗੇ ਮੂਵ ਨਹੀਂ ਹੋਣੀ। ਹੁਣ ਉਸੇ ਤਰੀਕੇ ਨਾਲ ਜੇ ਤੁਸੀਂ ਕੋਈ ਵੀ ਕੋਰਸ ਦੇਖੇ ਬਗੈਰ ਸਿਰਫ ਫੀਸ ਆਫਟਰ ਵੀਜ਼ਾ ਦੇ ਉੱਤੇ ਹੀ ਖੇਡ ਲਿਆ ਵੀ ਚਲੋ ਪੈਸੇ ਤਾਂ ਬਾਅਦ 'ਚ ਹੀ ਦੇਣੇ ਆ, ਕਿਸਮਤ ਅਜ਼ਮਾ ਲਈਏ, ਤੁਸੀਂ ਲਿਡੋ ਖੇਲਦੇ ਪਏ ਆਪਣੀ ਕਿਸਮਤ ਦੇ ਨਾਲ, ਜੇ 6 ਆਇਆ ਤਾਂ ਆਊਗਾ, ਨਹੀਂ ਤਾਂ ਕੋਈ ਗੱਲ ਨਹੀਂ, ਰਿਫਿਊਜ਼ਲ ਆ ਜਾਊਗਾ। ਹੁਣ ਉਸ ਕੇਸ ਵਿੱਚ ਮੋਸਟ ਆਫ ਦਾ ਪੀਪਲ, ਮੈਂ ਸਾਰਿਆਂ ਨੂੰ ਕਵਰ ਨਹੀਂ ਕਰਦਾ, ਮੋਸਟ ਆਫ ਦਾ ਪੀਪਲ ਜਿਹੜੇ ਕਰਦੇ ਨੇ ਉਹ ਕਿਸੇ ਵੀ ਜਿਹੜਾ ਅਵੇਲੇਬਲ ਕੋਰਸ ਹੈ ਉਸ 'ਚ ਐਪਲੀਕੇਸ਼ਨ ਲਾ ਦਿੰਦੇ ਨੇ, ਕੋਈ ਰੈਲੇਵੈਂਸੀ ਨਹੀਂ ਵੇਖੀ ਜਾਂਦੀ ਤੇ ਰਿਫਿਊਜ਼ਲ ਆ ਜਾਂਦਾ। ਉਹਦੇ ਕਰਕੇ ਫੀਸ ਆਫਟਰ ਵੀਜ਼ਾ ਨੂੰ ਇੱਕ ਅਲੱਗ ਤਰੀਕੇ ਨਾਲ ਦੇਖਿਆ ਜਾਂਦਾ। ਜਾਂ ਅਸੀਂ ਕਿੰਨੀ ਵਾਰ ਦੇਖਿਆ ਇੱਕ ਬੰਦਾ 3-3 4-4 ਵਾਰ ਰਿਫਿਊਜ਼ਲ ਹੋ ਜਾਂਦਾ ਹੈ, ਕਿਉਂਕਿ ਕੈਨੇਡਾ ਦੇ ਵਿੱਚ ਵੀਜ਼ਾ ਲੈਣ ਦਾ ਇੱਕੋ ਮਕਸਦ ਹੈ, ਦੈਟ ਇਜ਼ ਯੋਰ ਕੋਰਸ ਸਿਲੈਕਸ਼ਨ। ਉਹ ਅੱਜ ਦਾ ਨਹੀਂ, ਕਿੰਨੇ ਸਾਲਾਂ ਦਾ ਫਾਰਮੂਲਾ ਹੈ ਫॉर ਕੈਨੇਡੀਅਨ ਵੀਜ਼ਾ ਗ੍ਰਾਂਟ। ਪਰ ਕਈ ਵਾਰ ਬੱਚਾ ਉਹਨੂੰ ਵੀ ਓਵਰਲੁੱਕ, ਨੇਵਨੈਸ ਵਾਂਗੂ ਚੱਲਦਾ ਅਤੇ ਉਹਨੂੰ ਪਤਾ ਨਹੀਂ ਲੱਗਦਾ ਕਰਨਾ ਕੀ ਹੈ। ਅਤੇ ਉਹਦੇ ਵਿੱਚ ਫੀਸ ਆਫਟਰ ਵੀਜ਼ਾ ਦੈਟ ਵੀ ਆਫਰ ਇਨ ESS ਬੜਾ ਸਿੰਪਲ ਹੈ। ਤੁਸੀਂ 3-4 ਵਾਰ ਰਿਫਿਊਜ਼ ਹੋ ਚੁੱਕੇ ਹੋ ਜਾਂ ਆਪਣਾ ਪੈਸਾ ਲਾਉਣ ਤੋਂ ਡਰਦੇ ਹੋ, ਕਿਉਂਕਿ ਕੈਨੇਡਾ ਵਿੱਚ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੀ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ NBFC ਅਨਸਿਕਿਉਰਡ ਲੋਨ ਦਿੰਦੀਆਂ ਨੇ ਫੀਸਾਂ ਭਰਨ ਵਾਸਤੇ ਤੇ GIC ਭਰਨ ਵਾਸਤੇ। ਇਹ ਵੀ ਸਿਸਟਮ ਹੈਗਾ ਅਨਸਿਕਿਉਰਡ ਲੋਨ ਜਿਹਨੂੰ ਕਿਹਾ ਜਾਂਦਾ ਹੈਗਾ, ਵਿਦ ਲੋਟ ਆਫ NBFC ਅਵੇਲੇਬਲ ਅੱਜ ਦੀ ਡੇਟ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ। ਹੁਣ ਤੁਸੀਂ ਕਹਿੰਦੇ ਹੋ ਜੀ ਮੈਂ ਪਹਿਲਾਂ ਵਿਆਜ ਨਹੀਂ ਫੜ ਕੇ ਲਾਣਾ ਹੈ, ਕੁਛ ਹੈਗਾ, ਅਤੇ ਉੱਥੇ ਫੀਸ ਆਫਟਰ ਵੀਜ਼ਾ ਦਾ ਇੱਕ ਪ੍ਰਿਵਿਲੇਜ ਤੁਹਾਡੇ ਕੋਲ ਆਉਂਦਾ। ਹਾਂ, GIC ਤੁਹਾਨੂੰ ਆਪ ਭਰਨੀ ਪਏਗੀ, 6 ਲੱਖ ਰੁਪਏ ਤੁਹਾਡੇ ਕੋਲ ਆਪ ਹੋਵੇ, ਫੀਸਾਂ ਦੀ ਸਪਾਂਸਰਸ਼ਿਪ ਜਾਂ ਤੁਹਾਡੇ ਅੰਬੈਸੀ ਫੀਸਾਂ ਦੀ ਸਪਾਂਸਰਸ਼ਿਪ ਉਹ ਕੰਪਨੀ ਆਰਗੇਨਾਈਜ਼ ਕਰਾ ਦਿੰਦੀ ਹੈ। ਜਿੱਥੇ ਕੋਈ ਕਵੇ GIC ਵੀ ਮੈਂ ਆਪ ਭਰਾਂਗਾ, ਉੱਥੇ ਸਪਸ਼ਟ ਤੁਹਾਡੀ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਨੇ, ਕਿਉਂਕਿ ਪਿੱਛੇ ਜਿਹੜੇ ਵੀ ਕਾਂਡ ਹੋਏ ਨੇ ਉਹ ਉਸੇ ਤਰੀਕੇ ਨਾਲ ਹੋਏ ਆ। ਕਿਸੇ ਕੋਲ ਵੀ 15-15 ਲੱਖ 20-20 ਲੱਖ ਰੁਪਏ ਇੱਕ ਬੱਚੇ ਦੇ ਲਾਣ 'ਤੇ ਨਹੀਂ ਹੁੰਦਾ, ਕਿਉਂਕਿ 10 ਬੱਚੇ ਵੀ ਲਾ ਤੇ 2 ਕਰੋੜ ਰੁਪਏ ਬਣ ਜਾਂਦਾ ਬੜੇ ਆਰਾਮ ਨਾਲ। ਤਾਂ ਉੱਥੇ ਤੁਹਾਡੀ ਅੱਖਾਂ ਖੁੱਲ੍ਹਣੀ ਚਾਹੀਦੀਆਂ ਨੇ। GIC ਹੈਜ਼ ਟੂ ਬੀ ਯੋਰਸ। ਫੀਸਾਂ ਦੇ ਵਿੱਚ ਦੇਰ ਆਰ ਸਿਸਟਮ ਜਿਹੜੇ ਕਿ ਕਨੈਕਸ਼ਨ ਹੋ ਜਾਂਦੇ ਨੇ ਇੰਸਟੀਟਿਊਟ ਦੇ ਨਾਲ, ਜਿਹਦੇ ਵਿੱਚ ਕਿ ਸੀਟਸ ਬਲੌਕ ਹੋ ਗਈਆਂ, ਸੀਟਸ ਦੇ ਐਡਵਾਂਸਮੈਂਟ ਹੋ ਗਏ ਐਂਡ ਸੋ ਔਨ। ਕੋਈ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿੱਥੇ ਇੱਕ ਬੱਚਾ ਫੀਸ ਆਫਟਰ ਵੀਜ਼ਾ ਦਾ ਪ੍ਰਿਵਿਲੇਜ ਲੈ ਸਕਦਾ। ਬਟ ਯੈਸ, ਇਹ ਐਗਜ਼ਿਸਟ ਕਰਦੀ ਹੈ, ਇਹ ਐਗਜ਼ਿਸਟ ਕਰਦੀ ਹੈ, ਬਟ ਤੁਸੀਂ ਉਹਨੂੰ ਅੰਨ੍ਹੇਵਾਹ ਫੋਲੋ ਨਹੀਂ ਕਰਨਾ। ਅੰਨ੍ਹੇਵਾਹ ਫੋਲੋ ਕਰੋਗੇ ਪ੍ਰੋਬਲਮ ਤੁਹਾਡੇ ਵਾਸਤੇ ਆਏਗਾ। ਅੱਜ ਨਹੀਂ ਆਏਗਾ, ਸ਼ਾਇਦ 2 ਸਾਲ ਬਾਅਦ ਆਵੇ, 3 ਸਾਲ ਬਾਅਦ ਆਵੇ। ਜੋ ਹੋਇਆ ਪਿੱਛੇ ਨਿਊਜ਼ ਦੇ ਵਿੱਚ ਇਹ ਉਸੇ ਦਾ ਨਤੀਜਾ ਹੈ। ਇਫ ਯੂ ਆਸਕ ਯੋਰ ਕੰਸਲਟੈਂਟ, ਭਾਜੀ ਮੇਰਾ ਕੋਰਸ ਕੀ ਹੈ, ਮੇਰਾ ਕਾਲਜ ਕੀ ਹੈ, ਇਹ ਤਾਂ ਮੈਨੂੰ ਦੱਸੋ, ਮੇਰਾ ਹੱਕ ਹੈ ਜਾਣਨ ਦਾ, ਫਿਰ ਅਗਲੀ ਕਾਰਵਾਈ ਸ਼ੁਰੂ ਕਰਾਂਗੇ। ਦੈਨ ਇਹ ਫੀਸ ਆਫਟਰ ਵੀਜ਼ਾ ਵੀ ਇੱਕ ਨਾਰਮਲ ਪ੍ਰੋਸੈਸ ਵਾਂਗੂ ਤੁਸੀਂ ਦੇਖਣਾ ਸ਼ੁਰੂ ਕਰ ਦੋਗੇ। ਇਹਨੂੰ ਅਲੱਗ ਹਾਈਲਾਈਟ ਕਰਨ ਦੀ ਲੋੜ ਨਹੀਂ ਪਏਗੀ, ਕਿਉਂਕਿ ਤੁਸੀਂ ਸਹੀ ਸਵਾਲ ਪੁੱਛਣੇ ਸ਼ੁਰੂ ਕਰਤੇ ਆਪਣੇ ਕੰਸਲਟੈਂਟ ਨੂੰ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੋ ਦੇਖੋ, ਸਟੂਡੈਂਟਸ ਦਾ ਇਸ ਥਾਂ ਤੇ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਵੀ ਸ਼ੋਅ ਦੇ ਜ਼ਰੀਏ ਇਸ ਲਈ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ, ਤਾਂ ਕਿ ਤੁਸੀਂ ਜਿੱਥੋਂ ਵੀ ਜਿਸ ਵੀ ਕੰਸਲਟੈਂਟ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਈ ਹੈ, ਸਵਾਲ ਜ਼ਰੂਰ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰੀਕੇ ਨਾਲ ਵਰਕਿੰਗ ਹੋ ਰਹੀ ਹੈ ਤੁਹਾਡੀ ਫਾਈਲ ਦੇ ਉੱਪਰ। ਸੋ ਤੁਹਾਡਾ ਕੋਈ ਹੋਰ ਸਵਾਲ ਹੋਵੇ, ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ, ਚਾਹੇ ਕਿ ਕੈਨੇਡਾ, ਚਾਹੇ UK, ਚਾਹੇ ਆਸਟ੍ਰੇਲੀਆ, ਤੁਸੀਂ ਕਿਤੇ ਵੀ ਅਪਲਾਈ ਕਰਨਾ ਚਾਹੁੰਦੇ ਹੋ, ਇਸ ਨੰਬਰ ਦੇ ਉੱਪਰ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ESS ਗਲੋਬਲ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰਕੇ ਸਹੀ ਰਾਹ ਤੇ ਚੱਲਦੇ ਹੋਏ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕਦੇ ਹੋ। ਕੈਨੇਡਾ ਦੀ ਗੱਲ ਕਰ ਰਹੇ ਹਾਂ, ਸੈਪਟੈਂਬਰ ਇਨਟੇਕ ਦੀ ਗੱਲ ਜ਼ਰੂਰ ਕਰ ਲਈਏ। ਹਾਲਾਂਕਿ ਤੇਜ਼ੀ ਦੇ ਨਾਲ ਅਸੀਂ ਦੇਖ ਰਹੇ ਹਾਂ ਫਾਈਲਿੰਗ ਪ੍ਰੋਸੈਸ ਬਹੁਤ ਜ਼ਿਆਦਾ ਹੋ ਰਿਹਾ, ਸਟੂਡੈਂਟਸ ਅਪਲਾਈ ਕਰਦੇ ਜਾ ਰਹੇ ਨੇ। ਹਲੇ ਵੀ ਜੇ ਸਟੂਡੈਂਟ ਅਪਲਾਈ ਕਰਨਾ ਚਾਹਣ, ਕੀ ਸੀਟਸ ਅਵੇਲੇਬਲ ਨੇ ਹਲੇ? ਹਾਂਜੀ, ਬਿਲਕੁਲ ਅਵੇਲੇਬਲ ਹੈ ਜੀ। ਇਫ ਤੁਸੀਂ ਯੂਨੀਵਰਸਿਟੀ ਪਲਾਨ ਕਰਦੇ ਪਏ ਹੋ, ਹਾਂ, ਜੇ ਆਪਣੇ ਸਿਲੈਕਟਿਵ ਕਾਲਜਸ ਨੇ, ਜਿਵੇਂ ਹੋ ਗਿਆ ਜੀ ਸੈਨਿਕਾ ਜਾਣਾ, ਹੰਬਰ ਜਾਣਾ ਹੈ, ਜਾਂ ਇਹ ਫਲਾਣੇ ਕੈਂਪਸ ਜਾਣਾ, ਉੱਥੇ ਚੈਲੰਜ ਆ ਸਕਦਾ। ਕੈਂਪਸ ਮਿਲੇਗਾ, ਕੋਰਸ ਨਹੀਂ ਮਿਲੇਗਾ। ਦੈਟ ਇਜ਼ ਅ ਥਿੰਗ ਜਿਹੜਾ ਤੁਹਾਡਾ ਫਾਰਮੂਲਾ ਹੋਣਾ ਚਾਹੀਦਾ। ਕੋਰਸ ਤੋਂ ਯੂਨੀਵਰਸਿਟੀ ਸਿਲੈਕਟ ਕਰਨਾ, ਨਾ ਕਿ ਯੂਨੀਵਰਸਿਟੀ ਤੇ ਕੋਰਸ ਸਿਲੈਕਟ ਕਰਨਾ, ਕਿਉਂਕਿ ਉੱਥੇ ਬੰਦਾ ਕੰਪਰੋਮਾਈਜ਼ ਕੋਰਸ ਵਾਲੇ ਪਾਸੇ ਕਰ ਹੀ ਲੈਂਦਾ, ਉਹਦੇ ਕਰਕੇ ਰਿਜੈਕਸ਼ਨ ਆਉਂਦਾ ਹੈ। ਅੱਜ ਵੀ ਕੈਨੇਡਾ ਦੇ 7 ਵਾਰ ਰਿਜੈਕਸ਼ਨ ਵਾਲੇ ਬੱਚੇ ਬਾਹਰ ਘੁੰਮਦੇ ਪਏ ਨੇ, ਡਿਊ ਟੂ ABC ਫੈਕਟਰ। ਉਹ ਰੀਜ਼ਨ ਨੂੰ ਜੋ ਮਰਜ਼ੀ ਟਰਾਂਸਲੇਟ ਕਰ ਲੈਣ। ਹੁਣ ਕਈ ਵਾਰ ਬੱਚਾ ਆਉਂਦਾ, ਕਹਿੰਦਾ ਜੀ ਰੀਜ਼ਨ ਲਿਖ ਕੇ ਦਿੱਤਾ, ਉਹ ਜਰਨਲ ਭਾਜੀ ਮੈਂ ਵਾਪਸ ਨਹੀਂ ਆਉਣਾ। ਮੈਂ ਕਿਹਾ ਅੱਛਾ, ਇਹ ਕਿਹੜਾ ਰੀਜ਼ਨ ਹੈ? ਮੈਂ ਤਾਂ ਅੱਜ ਤੱਕ ਨਹੀਂ ਪੜ੍ਹਿਆ ਰਿਫਿਊਜ਼ਲ ਲੈਟਰ ਦੇ ਉੱਤੇ। ਉਹ ਲਿਖਿਆ ਹੁੰਦਾ ਜੀ 2161V, ਪਰਪਸ ਆਫ ਵਿਜ਼ਿਟ ਤੁਹਾਡਾ ਕਲੀਅਰ ਨਹੀਂ ਹੈ। ਉਹ ਟਰਾਂਸਲੇਸ਼ਨ ਕੀ ਬਣ ਜਾਂਦੀ ਹੈ? ਮੈਂ ਵਾਪਸ ਨਹੀਂ ਆਉਣਾ। ਤਾਂ ਇਹ ਬਹੁਤ ਸਾਰੀ ਟਰਾਂਸਲੇਸ਼ਨ ਇੱਕ ਆਪਣਾ ਬੱਚਾ ਆਪਣੀ ਵੀਜ਼ਾ ਫਾਈਲ ਦੇ ਵਿੱਚ ਕਰਦਾ, ਅਤੇ ਕਿਉਂਕਿ ਉਹਦਾ ਮਕਸਦ ਕੁਛ ਹੋਰ ਹੁੰਦਾ ਹੈ ਅਤੇ ਉਹਨੂੰ ਕੁਛ ਹੋਰ ਜਾਂਦਾ ਅਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ। ਸੈਪਟੈਂਬਰ ਇਨਟੇਕ ਤੁਹਾਡੇ ਕੋਲ ਸੀਟਸ ਅਵੇਲੇਬਲ ਨੇ। ਜੇ ਤੁਸੀਂ ਬਿਜ਼ਨਸ ਬੈਕਗਰਾਊਂਡ ਤੋਂ ਹੋ, ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਗੋਇੰਗ ਫॉर ਸਮ ਸਪੈਸੀਫਿਕ IT ਪ੍ਰੋਗਰਾਮ ਔਰ ਮਾਰਕੀਟਿੰਗ ਫਾਈਨੈਂਸ ਪ੍ਰੋਗਰਾਮ,
ਸੈਪਟੈਂਬਰ ਐਂਡ ਅਕਤੂਬਰ ਬੋਥ ਆਰ ਅਵੇਲੇਬਲ। ਹਾਂ, ਜੇ ਸਿਲੈਕਟਿਵ ਹੈਗੇ ਹੋ ਤੁਸੀਂ ਕੁਝ ਪਾਰਟਿਕੂਲਰ ਕੋਰਸਿਸ ਵਾਸਤੇ ਇੰਜੀਨੀਅਰਿੰਗ ਦੇ, ਉਹ ਤੁਹਾਡੀ ਆਪਸ਼ਨ ਤੁਹਾਨੂੰ ਜਨਵਰੀ 'ਚ ਹੀ ਮਿਲਣੀ ਹੈ ਔਰ ਮਈ 'ਚ ਮਿਲਣੀ ਹੈ ਨੈਕਸਟ ਈਅਰ। ਬਟ ਪੂਰੇ ਪੋਰਟਫੋਲੀਓ ਦੇ ਵਿੱਚ ਹਜੇ ਵੀ ਸੈਪਟੈਂਬਰ ਸੀਟਸ ਅਵੇਲੇਬਲ ਨੇ। ਜੀ ਬਿਲਕੁਲ, ਸੋ ਹਲੇ 20 ਸੀਟਸ ਅਵੇਲੇਬਲ ਹੈ, ਹਲੇ ਵੀ ਤੁਸੀਂ ਅਪਲਾਈ ਕਰਕੇ ਜੋ ਹੈ ਪ੍ਰੋਸੈਸ ਸ਼ੁਰੂ ਕਰਵਾ ਕੇ ਆਪਣਾ ਵੀਜ਼ਾ ਸੈਪਟੈਂਬਰ ਇਨਟੇਕ ਲਈ ਲੈ ਸਕਦੇ ਹੋ। ਕੋਈ ਡਾਊਟ ਹੋਵੇ ਜ਼ਰੂਰ ਇਸ ਨੰਬਰ ਤੇ ਕਾਲ ਕਰੋ। ਕੈਨੇਡਾ ਨੂੰ ਲੈ ਕੇ ਕਾਫੀ ਗੱਲਾਂ ਕਲੀਅਰ ਕੀਤੀਆਂ ਨੇ, ਯੂਕੇ ਦੀ ਵੀ ਗੱਲ ਕਰ ਲਈਏ, ਉੱਥੇ ਵੀ ਲੇਟੈਸਟ ਅਪਡੇਟਸ ਆਏ ਨੇ। ਸਪਾਊਸ ਵੀਜ਼ਾ ਜੋ ਹੈ ਹੁਣ ਬੰਦ ਹੋ ਰਿਹਾ ਜਨਵਰੀ 2024 ਤੋਂ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਔਰ ਸੈਪਟੈਂਬਰ ਇਨਟੇਕ ਲਈ ਕੀ ਅਗਰ ਸਟੂਡੈਂਟ ਸਪਾਊਸ ਵੀਜ਼ਾ ਨਾਲ ਅਪਲਾਈ ਕਰਨਾ ਚਾਹਣ ਤਾਂ ਕਰ ਸਕਦੇ ਨੇ? ਦੇਖੋ, ਸਾਡਾ ਕੈਲਕੂਲੇਸ਼ਨ ਸੀਗਾ 2 ਇਨਟੇਕ ਤਾਂ ਯੂਕੇ ਕਢਾ ਦੂਗਾ, ਬਟ ਉਹ ਕੈਲਕੂਲੇਸ਼ਨ ਗਲਤ ਹੋ ਗਿਆ। ਕਿਉਂਕਿ ਉਹਨਾਂ ਨੇ ਸਾਰੇ ਬੰਦਿਆਂ ਨੂੰ ਨਾਨ ਇਮੀਗ੍ਰੈਂਟ ਕੈਟੇਗਰੀ 'ਚ ਪਾ ਕੇ ਸਾਈਡ ਤੇ ਰੱਖਤਾ। ਦੈਟ ਇਜ਼ ਉਹਨਾਂ ਕੰਟਰੀ ਦੇ ਵਿੱਚ 5,32,000 ਜਿਹੜਾ ਹੈ ਇਮੀਗ੍ਰੈਂਟ ਆਇਆ ਜੀ ਨਵਾਂ। ਇਮੀਗ੍ਰੈਂਟ ਤੋਂ ਉਹਨਾਂ ਦੀ ਡੈਫੀਨੇਸ਼ਨ ਹੁੰਦੀ ਹੈ ਉਹ ਕੋਈ ਬੰਦਾ ਜਿਹੜਾ ਉੱਥੇ ਪਰਮਾਨੈਂਟ ਨਾ ਹੋਵੇ, ਉਹਨਾਂ ਦੇ ਕੰਟਰੀ 'ਚ ਆਇਆ ਹੋਵੇ, ਤੇ ਇਹਦੇ ਵਿੱਚੋਂ 1,90,000 ਤਕਰੀਬਨ ਡਿਪੈਂਡੈਂਟ 1,90,000, ਜੋ ਕਿ ਆਈ ਐਮ ਸ਼ੋਰ 90% ਡਿਪੈਂਡੈਂਟ ਬਲੂ ਕਾਲਰ ਜੌਬ ਕਰਦਾ ਹੋਏਗਾ, ਵਾਈਟ ਕਾਲਰ ਨਹੀਂ। ਦੈਟ ਮੀਨ ਕੋਈ ਮਜ਼ਦੂਰੀ ਕਰਦਾ ਹੋਏਗਾ, ਕੋਈ ਟੈਕਸੀ ਚਲਾਉਂਦਾ ਹੋਏਗਾ, ਕੋਈ ਖੇਤਾਂ 'ਚ ਲੱਗਿਆ ਹੋਏਗਾ ਐਂਡ ਸੋ ਆਨ। ਉਹਨਾਂ ਨੇ ਬੜਾ ਕਲੀਅਰਲੀ ਕਿਹਾ ਸੀਗਾ ਯੂਰਪ ਤੋਂ ਅਲੱਗ ਹੋਣ ਤੋਂ ਬਾਅਦ ਦੈਟ ਸਾਨੂੰ ਲੇਬਰ ਚਾਹੀਦੀ ਹੈ, ਸਿਸਟਮੈਟਿਕ ਤਰੀਕੇ ਨਾਲ ਲੇਬਰ ਚਾਹੀਦੀ ਹੈ। ਅਸੀਂ ਉਹ ਲੇਬਰ ਯੂਰਪ ਦੇ ਦੂਜੇ ਕੰਟਰੀਜ਼ ਤੋਂ ਵੀ ਮੰਗਾ ਲਾਂਗੇ। ਨਾਰਮਲੀ ਪਹਿਲਾਂ ਪੋਲਿਸ਼ ਆਉਂਦੇ ਸੀ ਉੱਥੇ ਟੂ ਵਰਕ ਐਜ਼ ਅ ਲੇਬਰਰ। ਹੁਣ ਆਪਾਂ ਜਦ ਡਿਪੈਂਡੈਂਟ ਜਾਣਾ ਸ਼ੁਰੂ ਕੀਤਾ, ਅਸੀਂ ਉਹ ਸੀਟਾਂ ਭਰਨੀਆਂ ਸ਼ੁਰੂ ਕਰਤੀਆਂ, ਬਟ ਉਹ ਇੰਨੀ ਤਾਦਾਦ 'ਚ ਭਰਤੀਆਂ ਦੈਟ ਉੱਥੇ ਉਸ ਕੰਮ ਦੀ ਵੀ ਸ਼ਾਰਟੇਜ ਹੋਣੀ ਸ਼ੁਰੂ ਹੋ ਗਈ। ਪਿੱਛੇ ਇੱਕ ਬਹੁਤ ਵੱਡਾ ਆਰਟੀਕਲ ਆਇਆ ਸੀਗਾ ਯੂਕੇ ਦੇ ਵਿੱਚ ਦੈਟ ਉੱਥੇ ਪਾਰਟ ਟਾਈਮ ਜੌਬ ਦੀ ਦਿੱਕਤ ਆ ਰਹੀ ਹੈ, ਫੁੱਲ ਟਾਈਮ ਜੌਬ ਦੀ ਦਿੱਕਤ ਨਹੀਂ ਆ ਰਹੀ। ਕਿਉਂਕਿ ਪਾਰਟ ਟਾਈਮ ਜਿਹੜੇ ਡਿਪੈਂਡੈਂਟ ਹੈ ਉਹ 3 ਪਾਰਟ ਟਾਈਮ ਜੌਬ ਆਪਣੇ ਹਿਸਾਬ ਨਾਲ ਕਰਕੇ ਉਵੇਂ ਕਰਦੇ ਪਏ ਆ, ਕਿਉਂਕਿ ਫੁੱਲ ਟਾਈਮ ਜੌਬ ਦੂਰ ਦਰਾਜ 'ਚ ਅਵੇਲੇਬਲ ਹੈ, ਉੱਥੇ ਕੋਈ ਜਾਂਦਾ ਨਹੀਂ ਪਿਆ। ਤਾਂ ਉਹਨਾਂ ਦੀ ਪ੍ਰੋਬਲਮ ਸਟੂਡੈਂਟ ਬਿਲਕੁਲ ਨਹੀਂ ਹੈ, ਉਹ ਹਜੇ ਵੀ ਆਪਣੇ ਟਾਰਗੇਟ ਤੇ ਚੱਲਦੇ ਪਏ ਨੇ। ਟਾਰਗੇਟ ਕੀ ਸੀ ਉਹਨਾਂ ਦਾ? 6 ਲੱਖ ਬੱਚਾ ਹਰ ਸਾਲ 2030 ਤੋਂ ਬਾਅਦ ਯੂਕੇ 'ਚ ਹੋਣਾ ਚਾਹੀਦਾ ਹੈ। ਇਹਨਾਂ ਨੇ ਇਹ ਟਾਰਗੇਟ ਲਾਸਟ ਈਅਰ ਅਚੀਵ ਕਰ ਲਿਆ ਸੀ, ਇਸ ਸਾਲ ਵੀ ਅਚੀਵ ਕਰਨ ਦੇ ਟਰੈਕ ਤੇ ਹੀ ਨੇ। ਬਟ ਡਿਪੈਂਡੈਂਟ ਇੱਕ ਮੇਜਰ ਰੀਜ਼ਨ ਰਹਿੰਦਾ ਹੈ ਯੂਕੇ ਦੇ ਵਿੱਚ ਹਸਬੈਂਡ ਵਾਈਫ ਨੂੰ ਇਕੱਠੇ ਜਾਣ ਦਾ, ਦੈਟ ਉਹ ਇੱਕ ਅਟਰੈਕਟਿਵ ਸਟੱਡੀ ਡੈਸਟੀਨੇਸ਼ਨ ਬਣ ਜਾਂਦਾ, ਸਪੈਸ਼ਲੀ ਆਪਣੇ ਪੰਜਾਬੀਆਂ ਵਾਸਤੇ। ਜਨਵਰੀ ਤੋਂ ਤੁਸੀਂ ਜੇ ਜਨਵਰੀ ਇਨਟੇਕ ਜਾਓਗੇ, ਪਾਲਿਸੀ ਜਿਹੜਾ ਆ ਗਿਆ ਹੈ, ਸੁਣ ਲਿਆ, ਪੜ੍ਹ ਲਿਆ, ਦੈਟ ਯੂ ਕੈਨ ਨਾਟ ਗੋ ਵਿਦ ਯੋਰ ਫੈਮਿਲੀ। ਫਿਰ ਚਾਹੇ ਤੁਹਾਡਾ ਬੇਬੀ ਹੈ, ਤੁਹਾਡੇ ਸਪਾਊਸ ਹੈ, ਨਹੀਂ ਜਾ ਸਕਦੇ। ਸੈਪਟੈਂਬਰ ਉਹਨਾਂ ਲਈ ਗੋਲਡਨ ਓਪਰਚੁਨਿਟੀ ਬਣ ਜਾਂਦਾ, ਕਿਉਂਕਿ ਇਹਨਾਂ ਨੇ ਜਿਹੜਾ ਇੱਕ ਹੋਰ ਅਜ਼ੰਪਸ਼ਨ ਸੀ ਪਿੱਛੇ ਦੈਟ ਇਹ ਪੋਸਟ ਸਟੱਡੀ ਵਰਕ ਵੀਜ਼ਾ ਨੂੰ ਵੀ ਬੰਦ ਕਰ ਦੇਣਗੇ 2 ਸਾਲ ਦਾ ਜਾਂ ਘਟਾ ਦੇਣਗੇ। ਉਹਨਾਂ ਨੇ ਬਿਲਕੁਲ ਅਨਟੱਚ ਰੱਖਿਆ ਵਿਦ ਵਨ ਸਟੇਟਮੈਂਟ, ਸਾਡੀ ਕਮਿਟਮੈਂਟ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਲੈ ਕੇ ਉੱਥੇ ਹੀ ਖੜੀ ਹੈ। ਦ ਓਨਲੀ ਪ੍ਰੋਬਲਮ ਦੈਟ ਅਸੀਂ ਫੇਸ ਕਰਦੇ ਪਏ ਹਾਂ ਦੈਟ ਜਿਹੜੇ ਡਿਪੈਂਡੈਂਟ ਨਾਲ ਆ ਕੇ ਆ ਛੋਟੇ ਪੈਟੀ ਜੌਬਸ ਕਰਦੇ ਨੇ, ਸਾਨੂੰ ਪ੍ਰੋਬਲਮ ਇਸ ਤੋਂ ਹੈ। ਤਾਂ ਹੀ ਉਹਨਾਂ ਨੇ ਕਿਹਾ ਜੇ ਤੁਸੀਂ ਰਿਸਰਚ ਵਿੱਚ ਆਉਂਦੇ ਹੋ, ਐਮਫਿਲ ਕਰਨ ਜਾਂ PhD ਕਰਨ, ਮਾਸਟਰਸ ਬਾਏ ਰਿਸਰਚ ਉਹਨੂੰ ਕਿਹਾ ਜਾਂਦਾ ਬੇਸਿਕਲੀ, ਉਹਦੇ ਵਿੱਚ ਸਪਾਊਸ ਨੂੰ ਫੁੱਲ ਵਰਕਿੰਗ ਰਾਈਟ ਦੇ ਨਾਲ ਬੁਲਾਵਾਂਗੇ। ਉੱਥੇ ਕੋਈ ਬਦਲਾਵ ਨਹੀਂ ਕੀਤਾ ਉਹਨੇ। ਇੱਕ ਸਟ੍ਰੈਟਜੀ ਹੁੰਦੀ ਹੈ, ਨਿਊਜ਼ੀਲੈਂਡ ਸਟ੍ਰੈਟਜੀ ਤੇ ਚੱਲਦਾ ਦੈਟ ਅਨਡਿਊ ਅਸੀਂ ਮੈਰਿਜ ਆਫ ਫੈਸਿਲਿਟੇਸ਼ਨ ਨੂੰ ਨਹੀਂ ਵਾੜਨਾ, ਜਾਂ ਇੱਕ ਐਂਟਰੀ ਨਾ ਬਣ ਜੇ ਉਸ ਹਸਬੈਂਡ ਵਾਸਤੇ ਜਾਂ ਉਸ ਵਾਈਫ ਵਾਸਤੇ ਜੋ ਉੱਥੇ ਆ ਕੇ ਸਿਰਫ ਇੱਕ ਆਨ ਕਰਕੇ ਹੀ ਵਿਆਹ ਦਾ ਸਹਾਰਾ ਲੈ ਕੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ। ਉਹਨਾਂ ਨੇ ਉਸ ਚੀਜ਼ ਨੂੰ ਫੁੱਲ ਸਟਾਪ ਲਾਣਾ ਹੈ। ਬਟ ਅਗੇਨ ਕਮਿੰਗ ਬੈਕ ਟੂ ਯੂਰ ਕੁਐਸਚਨ, ਸੈਪਟੈਂਬਰ ਵਿਲ ਬੀ ਦ ਗੋਲਡਨ ਓਪਰਚੁਨਿਟੀ ਹਰੇਕ ਸਪਾਊਸ ਵੀਜ਼ੇ ਵਾਸਤੇ ਜਿਹੜਾ ਆਸਟ੍ਰੇਲੀਆ ਤੋਂ ਰਿਜੈਕਟ ਹੋਇਆ, ਇਕੱਠੇ ਜਾਣ ਦੀ ਸੋਚਦਾ ਪਿਆ। ਆਹ ਸੈਪਟੈਂਬਰ ਇਨਟੇਕ ਜੇ ਤੁਹਾਡਾ ਯੂਕੇ ਦਾ ਮਿਸ ਹੋ ਜਾਂਦਾ ਤਾਂ ਯੂਕੇ ਵੀ ਕਿਤੇ ਨਾ ਕਿਤੇ ਤੁਹਾਡਾ ਇੱਕ ਮਾਈਨਸ ਚਲਾ ਜਾਏਗਾ ਫॉर ਜਨਵਰੀ ਇਨਟੇਕ। ਫਿਰ ਤੁਹਾਨੂੰ ਕਰਨਾ ਕੀ ਪਏਗਾ? ਉਹ ਯੂਨੀਵਰਸਿਟੀਆਂ ਦੇ ਵਿੱਚ ਅਪਲਾਈ ਕਰਨਾ ਪਏਗਾ ਜਿਹੜਾ ਮਾਸਟਰਸ ਬਾਏ ਰਿਸਰਚ ਵਿੱਚ ਐਡਮਿਸ਼ਨ ਦਿੰਦੀਆਂ ਨੇ, ਤੇ ਇਹੋ ਜਿਹੀਆਂ ਯੂਨੀਵਰਸਿਟੀਆਂ ਯੂਕੇ ਹੈਗੀਆਂ ਨੇ। ਓਨਲੀ ਥਿੰਗ ਇਜ਼ ਤੁਹਾਨੂੰ ਇੱਥੇ ਐਡਮਿਸ਼ਨ ਕਰਾਉਣ ਲਈ ਕਿਸੇ ਟੈਕਨੀਕਲ ਕੰਸਲਟੈਂਟ ਦੀ ਲੋੜ ਪੈਣੀ ਹੈ। ਹੁਣ ਉਹ ਮੌਜਾਂ ਖਤਮ ਹੋ ਜਾਣਗੀਆਂ, ਜਿਹਦੇ ਕੋਲ ਮਰਜ਼ੀ ਅਪਲਾਈ ਕਰ ਦਿਓ, ਕੈਸ਼ ਤਾਂ ਆ ਹੀ ਜਾਣਾ, ਕਿਉਂਕਿ ਉਹਦਾ ਸਿਰਫ ਜਨਰਲ ਮਾਸਟਰਸ ਡਿਗਰੀ ਦਾ ਕੈਸ਼ ਲਿਆਉਣਾ ਕੋਈ ਔਖੀ ਗੱਲ ਨਹੀਂ, ਪਰ ਮਾਸਟਰਸ ਆਫ ਰਿਸਰਚ ਦੇ ਵਿੱਚ ਐਡਮਿਸ਼ਨ ਤੇ ਕੈਸ਼ ਲਿਆਉਣਾ ਯੂ ਨੀਡ ਅ ਟੈਕਨੀਕਲ ਪਰਸਨ, ਜਿਵੇਂ ਕਿ ਤੁਹਾਨੂੰ ਸੇਮ ਆਸਟ੍ਰੇਲੀਆ ਵਿੱਚ ਚਾਹੀਦਾ ਹੁੰਦਾ GT ਵਾਸਤੇ। ਜੀ ਬਿਲਕੁਲ, ਤੇ ਆਪਾਂ ਪਹਿਲਾਂ ਵੀ ਕਈ ਸ਼ੋਜ਼ ਵਿੱਚ ਡਿਸਕਸ ਕਰਦੇ ਸੀ, ਜਦ ਯੂਕੇ ਦੀ ਗੱਲ ਕਰਦੇ ਸੀ ਕਿ ਸਟੂਡੈਂਟ ਸਟੱਡੀ ਵੀਜ਼ਾ ਤੇ ਤਾਂ ਜਾਂਦੇ ਆ ਪਰ ਬਾਅਦ ਵਿੱਚ ਟਾਇਰ 2 ਵਿੱਚ ਸਵਿਚ ਕਰ ਜਾਂਦੇ ਸੀ। ਸੋ ਉਸ ਨੂੰ ਲੈ ਕੇ ਵੀ ਹੈ ਕਿ ਹੁਣ ਸਟੂਡੈਂਟ ਨੂੰ ਪਹਿਲਾਂ ਆਪਣੀ ਸਟੱਡੀ ਕੰਪਲੀਟ ਕਰਨੀ ਪਏਗੀ। ਸੋ ਇਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਟੂਡੈਂਟਸ ਦਾ ਜ਼ਿਆਦਾ ਫੋਕਸ ਇਹੀ ਹੁੰਦਾ ਸੀ ਯੂਕੇ ਚੱਲੇ ਆ, ਚਲੋ ਉੱਥੇ ਅਸੀਂ ਸਟੱਡੀ ਪੂਰੀ ਕਰੀਏ ਨਾ ਕਰੀਏ, ਟਾਇਰ 2 ਵਿੱਚ ਜਾਵਾਂਗੇ, ਕੰਮ ਕਰਾਂਗੇ। ਕਿਵੇਂ ਦੇਖੋ ਯੂਕੇ ਇੱਕ ਇਹੋ ਜਿਹਾ ਕੰਟਰੀ ਹੈ ਮੇਰੇ ਐਕਸਪੀਰੀਅੰਸ ਦੇ ਵਿੱਚ ਜੋ ਦੂਜਿਆਂ ਦੀ ਗਲਤੀਆਂ ਤੋਂ ਬਹੁਤ
ਬਹੁਤ ਛੇਤੀ ਸਿੱਖਦਾ ਹੈ। ਲਾਸਟ ਈਅਰ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋਈਆਂ, ਸਵਿਚਿੰਗ ਆਫ ਵੀਜ਼ਾਸ, ਤੇ ਉਹਨਾਂ ਨੇ ਐਗਜ਼ੈਕਟਲੀ 1 ਸਾਲ ਦੇ ਬਾਅਦ ਇੱਕ ਰੈਗੂਲੇਸ਼ਨ ਪਾਸ ਕਰਤਾ ਦੈਟ ਕੋਈ ਵੀ ਬੱਚਾ ਤਦ ਤੱਕ ਸਵਿਚ ਨਹੀਂ ਕਰ ਪਾਏਗਾ ਜਦ ਤੱਕ ਤੁਹਾਡਾ ਕੋਰਸ ਪੂਰਾ ਨਹੀਂ ਹੋਏਗਾ। ਇਹ ਗਲਤੀਆਂ ਸ਼ਾਇਦ ਆਸਟ੍ਰੇਲੀਆ ਹੱਦ ਤੱਕ ਨਹੀਂ ਦਬਾ ਪਾ ਰਿਹਾ, ਕੈਨੇਡਾ ਵਿੱਚ ਇਹ ਸਿਸਟਮ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ, ਬਟ ਯੂਕੇ ਦਾ ਫਸਟ ਵਨ ਟੂ ਰਿਐਕਟ। ਹੁਣ ਕਿਉਂ ਰਿਐਕਸ਼ਨ ਹੁੰਦਾ? ਕਿਉਂਕਿ ਉਹਨਾਂ ਨੂੰ ਲੱਗਦਾ ਹੈ ਇਹ ਵੀਜ਼ੇ ਦਾ ਫਾਇਦਾ ਉਠਾਇਆ ਜਾ ਰਿਹਾ ਹੈ। ਤੇ ਉਹ ਫਾਇਦਾ ਕਿਉਂ ਉਠਾਇਆ ਜਾ ਰਿਹਾ? ਕਿਉਂਕਿ ਬੱਚਾ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਉਹ ਸਵਿਚਿੰਗ ਕਰਵਾਉਂਦਾ ਪਿਆ। ਦੇਖੋ ਉਸ ਤੋਂ ਬਾਅਦ ਜਿਹੜਾ ਵੀ ਤੁਹਾਡਾ ਵਰਕ ਸਪਾਂਸਰਸ਼ਿਪ ਆਈ ਹੈ, 20,600 ਦੀ ਜੋਬ ਹੈ, 20,900 ਦੀ ਜੋਬ ਹੈ, ਇਹਦਾ ਕੋਈ ਫਿਊਚਰ ਨਹੀਂ ਅੱਗੇ। ਇਹ ਬੱਚਿਆਂ ਨੂੰ ਆਪ ਨੂੰ ਵੀ ਪਤਾ ਹੈ ਜਾਂ ਪਤਾ ਲੱਗ ਚੁੱਕਿਆ ਹੋਣਾ ਹੁਣ ਤੱਕ। ਉਹ ਹੁਣ ਕਹਿੰਦਾ ਮੈਨੂੰ ਉੱਥੋਂ ਕੈਨੇਡਾ ਭੇਜ ਦਿਓ ਸਟੂਡੈਂਟ ਵੀਜ਼ੇ ਉੱਤੇ, ਕਿਉਂਕਿ ਇੱਥੇ ਮੇਰੇ ਕੋਲ ਵਰਕ ਪਰਮਿਟ ਮਿਲ ਗਿਆ ਜਿਹਦੇ ਲਈ ਦੁਨੀਆ ਜਾਂਦੀ ਹੈ। ਉਹ ਕਹਿੰਦਾ ਨਹੀਂ ਇੱਥੇ ਤਾਂ ਗਲਤ ਹੋ ਗਿਆ ਮੇਰੇ ਨਾਲ, ਕਿਉਂਕਿ ਪਹਿਲਾਂ ਬਗੈਰ ਆਪਣੀ R&D ਆਪਣੀ ਰਿਸਰਚ ਕੀਤੇ ਹੋਏ ਜਿਹਨੇ ਜੋ ਬੋਲਿਆ ਤੁਹਾਡੇ ਮੂੰਹ 'ਤੇ ਸਮਾਈਲ ਆਈ, ਤੁਸੀਂ ਉਹਨੂੰ ਪੈਸੇ ਦੇ ਕੇ ਆਪਣਾ ਪ੍ਰੋਸੈਸ ਤੋਰਿਆ। UK ਗਵਰਨਮੈਂਟ ਨੇ ਸਟੈਪ ਕਿਉਂ ਚੱਕਿਆ? ਤਾਂ ਕਿ ਤੁਸੀਂ ਬਚ ਸਕੋ ਉਹ ਫਰਾਡ ਤੋਂ। ਐਜ਼ ਅ ਸਟੂਡੈਂਟ ਤੁਹਾਨੂੰ ਕੀ ਬੋਲ ਕੇ ਉਹ ਦਿੱਤਾ ਗਿਆ? ਹੁਣ ਕਈ ਕੇਸ ਹੈ ਜੇ ਵੀ ਸਾਹਮਣੇ ਆਇਆ, 6 ਮਹੀਨੇ ਕੰਮ ਕਰਨ ਤੋਂ ਬਾਅਦ ਉਹਨੂੰ ਕੋਰਸ ਉਹਦਾ ਕੈਂਸਲ ਕਰਤਾ ਵੀ ਮੈਨੂੰ ਤੇਰਾ ਕੰਮ ਪਸੰਦ ਨਹੀਂ ਆ ਰਿਹਾ। ਉਹ ਬੱਚਾ ਕਹਿੰਦਾ ਕੰਮ ਨੂੰ ਛੱਡੋ, ਮੈਂ ਇੱਥੇ ਤੁਹਾਨੂੰ 15,000 ਪਾਉਂਡ ਦਿੱਤੇ ਨੇ ਕੋਰਸ ਵਾਸਤੇ, ਹੁਣ ਕੰਮ ਨੂੰ ਕੀ ਹੈ? ਉਹ ਕਹਿੰਦਾ ਨੋ ਮਾਈਟ, ਨੋ ਵਰਕ, ਆਈ ਐਮ ਨਾਟ ਲਾਈਕਿੰਗ ਯੋਰ ਵਰਕ, ਆਈ ਐਮ ਕੈਂਸਲਿੰਗ ਯੋਰ ਕੋਰਸ, ਕਿਉਂਕਿ ਉਹਨੇ ਕੋਰਸ ਕਿਸੇ ਹੋਰ ਨੂੰ ਦੇਣਾ ਹੋਏਗਾ ਸ਼ਾਇਦ। ਉਹਨਾਂ ਨੇ ਸਿਸਟਮ ਨੂੰ ਫਾਇਦਾ ਚੱਕਣ ਲਈ ਆਪਣੇ ਪੈਸੇ ਬਣਾਉਣੇ ਸ਼ੁਰੂ ਕਰਤੇ। ਤੇ ਅੱਜ UKVI ਨੇ ਹੋਮ ਆਫਿਸ ਨੇ ਜਿਹੜਾ ਸਟੈਪ ਚੱਕਿਆ, ਪਰਸਨਲੀ ਆਈ ਫੀਲ ਮੋਰ ਦੈਨ ਵੈਲਕਮ ਟੂ ਦਾ ਸਟੈਪ। ਬਹੁਤ ਵਧੀਆ ਸਟੈਪ ਚੱਕਿਆ, ਬੱਚਿਆਂ ਦਾ ਐਕਸਪਲੋਇਟੇਸ਼ਨ ਹੋਣ ਨੂੰ ਬਚਾ ਲਿਆ। ਬੱਚਿਆਂ ਦਾ ਉਹ ਸਰਦਰਦ ਜੋ ਘਰੇ ਆ ਕੇ ਆਪਣੇ ਪੇਰੈਂਟਸ ਨੂੰ ਦੱਸਦੇ ਵੀ ਆਹ ਹੋ ਗਿਆ, ਬਹੁਤ ਸਾਰੇ ਬੱਚੇ ਉਸ ਚੀਜ਼ ਤੋਂ ਬਚ ਗਏ ਜਾਂ ਹੁਣ ਪ੍ਰੋਸੈਸ 'ਚ ਬਚਣਗੇ। ਜਿਹੜਾ 1 ਸਾਲ 'ਚ ਹੋ ਗਿਆ ਉਹਨੂੰ ਬਦਲ ਨਹੀਂ ਸਕਦੇ ਹੋ, ਬਟ ਦੇ ਐਕਟਡ ਵੈਰੀ ਫਾਸਟ ਇਨ ਫੇਵਰ ਆਫ ਸਟੂਡੈਂਟਸ। ਜੀ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਤੇ ਬਹੁਤ ਵਧੀਆ ਢੰਗ ਨਾਲ ਹਰ ਵਾਰੀ ਸਰ ਵੱਲੋਂ ਚੀਜ਼ਾਂ ਸਮਝਾਈਆਂ ਜਾਂਦੀਆਂ ਸਟੂਡੈਂਟਸ ਨੂੰ। ਅਸੀਂ ਉਮੀਦ ਕਰਦੇ ਹਾਂ ਇਸ ਸ਼ੋਅ ਦੇ ਜ਼ਰੀਏ ਜਿੰਨੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੈ ਇਸਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਵੀ ਜ਼ਰੂਰ ਚੱਕੋ। ਕੋਈ ਡਾਊਟ ਹੈ ਤਾਂ ਇਸ ਨੰਬਰ ਤੇ ਕਾਲ ਜ਼ਰੂਰ ਕਰ ਸਕਦੇ ਹੋ। ਤੇ ਬਹੁਤ ਬਹੁਤ ਥੈਂਕਸ ਸਰ ਕਿ ਤੁਸੀਂ ਕੈਨੇਡਾ UK ਦੇ ਅਪਡੇਟਸ ਵੀ ਜੋ ਹੈ ਸਾਂਝੇ ਕੀਤੇ, ਨਾਲ ਦੀ ਨਾਲ ਬਹੁਤ ਖਾਸ ਤੌਰ ਤੇ ਤੁਸੀਂ ਹਮੇਸ਼ਾ ਸਟੂਡੈਂਟਸ ਨੂੰ ਅਵੇਅਰ ਵੀ ਕਰਦੇ ਰਹਿੰਦੇ ਹੋ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।